ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਨਾਮ ਮਨਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ। ਪੰਜਾਬ ਸਰਕਾਰ ਦਾ ਵੱਡਾ ਫੈਸਲਾ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ। ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਕਿਹਾ ਸੂਬਾ ਵਾਸੀਆਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ। ਆਪ ਵਿਧਾਇਕ ਦੇ ਦਫ਼ਤਰ ਸਾਹਮਣੇ ਧਰਨਾ, ਇਲਾਕੇ 'ਚ ਇੱਕ ਹਫ਼ਤੇ ਤੋਂ ਨਹੀਂ ਆ ਰਹੀ ਬਿਜਲੀ। ਧਰਨੇ ਕਾਰਨ ਆਮ ਲੋਕਾਂ ਨੂੰ ਵੀ ਦਰਪੇਸ਼ ਆਈਆਂ ਮੁਸ਼ਕਲਾਂ। ਹੱਲ ਦਾ ਭਰੋਸਾ ਮਿਲਣ ਤੋਂ ਬਾਅਦ ਚੁੱਕਿਆ ਧਰਨਾ। ਲੁਟੇਰਿਆਂ ਦਾ ਖੌਫਨਾਕ ਕਾਰਾ, 12 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤਾ ਕਤਲ। ਬੱਚੇ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਲੁਟੇਰੇ। ਵਿਰੋਧ ਕਰਨ ਤੇ ਕੀਤੀ ਵਾਰਦਾਤ। ਪੁਲਿਸ ਨੇ ਇੱਕ ਦੋਸ਼ੀ ਕੀਤਾ ਕਾਬੂ, ਇੱਕ ਫਰਾਰ। ਭਗਵਾਨ ਜਗਨਨਾਥ ਯਾਤਰਾ ਦਾ ਆਰੰਭ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੱਲੋਂ ਵਿਸ਼ੇਸ਼ ਹਾਜ਼ਰੀ। ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਅਧਿਆਤਮਕ ਉਤਸ਼ਾਹ ਨਾਲ ਭਰੀ ਹਾਜ਼ਰੀ। ਨਗਰ ਨਿਗਮ ਵੱਲੋਂ ਜਵਾਹਰ ਨਗਰ ਕੈਂਪ 'ਚ ਕਾਰਵਾਈ। ਦੁਕਾਨ ਤੋਂ ਬਾਹਰ ਰੱਖਿਆ ਸਮਾਨ ਕੀਤਾ ਜ਼ਬਤ। ਦੁਕਾਨਦਾਰਾਂ ਨੇ ਕੀਤਾ ਕਾਰਵਾਈ ਦਾ ਵਿਰੋਧ, ਕਿਹਾ ਨਗਰ ਨਿਗਮ ਵੱਲੋਂ ਕੀਤੀ ਗਈ ਧੱਕੇਸ਼ਾਹੀ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਸਰਕਾਰ ਨੇ ਵੱਡਾ ਤੇ ਅਹਿਮ ਫੈਸਲਾ ਲੈਂਦਿਆਂ ਹੋਇਆਂ 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲੇ ਮੁਤਾਬਕ ਹਰ ਕਿਲੋਵਾਟ ਦੇ ਹਰ ਕੈਟਾਗਰੀ ਦੇ ਬਿੱਲ ਮਾਫ ਕੀਤੇ ਜਾਣਗੇ। ਇਸ ਦੇ ਨਾਲ ਹੀ ਸੂਬਾ ਵਾਸੀਆਂ ਨੂੰ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਹਾਲਾਂਕਿ 2 ਮਹੀਨਿਆਂ 'ਚ 600 ਯੂਨਿਟ ਮੁਫਤ ਮਿਲਣਗੇ, ਪਰ 1 ਯੂਨਿਟ ਵੱਧ ਹੋਣ ਤੇ ਉਪਭੋਗਤਾਵਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ। ਉਧਰ ਹੀ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਅਸੀਂ ਗਾਰੰਟੀ ਦਿੱਤੀ ਸੀ 300 ਯੂਨਿਟ ਪਰ ਮੰਥ ਫ੍ਰੀ ਬਿਜਲੀ ਦੀ, ਉਹ ਅੱਜ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਤੇ ਮੈਂ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਜੇ ਨੀਅਤ ਸੱਚੀ ਹੋਵੇ ਤਾਂ ਕੰਮ ਸਾਰੇ ਠੀਕ ਹੁੰਦੇ ਨੇ। ਤੇ ਅੱਜ ਤੋਂ ਬਾਅਦ ਜੋ ਤੁਸੀਂ ਬਿਜਲੀ ਇਸਤੇਮਾਲ ਕਰੋਗੇ ਉਹਦਾ ਕੋਈ ਬਿੱਲ ਨਹੀਂ ਆਊਗਾ, ਜ਼ੀਰੋ ਬਿੱਲ ਆਊਗਾ। ਹਾਂ, ਹੋ ਸਕਦਾ ਹੈ ਜੂਨ ਦਾ ਜਾਂ ਮਈ ਦਾ ਕੋਈ ਪੁਰਾਣਾ ਬਿੱਲ ਆ ਜੇ, ਪੁਰਾਣਾ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ। ਪਰ ਜੁਲਾਈ 1 ਤੋਂ ਬਾਅਦ ਜਿੰਨੀ ਵੀ ਬਿਜਲੀ ਇਸਤੇਮਾਲ ਕਰੋਗੇ ਤੁਹਾਨੂੰ ਕੋਈ ਬਿੱਲ ਨਹੀਂ ਆਊਗਾ। ਤੇ ਇੱਕ ਕਨਫਿਊਜ਼ਨ ਜਿਹਾ ਫੈਲ ਗਿਆ ਸੀਗਾ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਕਿ ਅਸੀਂ ਸਿਰਫ 2 ਕਿਲੋਵਾਟ ਦੇ ਪੁਰਾਣੇ ਬਿੱਲ ਮਾਫ ਕਰਤੇ ਜਾ। ਉਹ ਬਿਲਕੁਲ ਜਿਹੜੀਆਂ ਅਫਵਾਹਾਂ ਤੋਂ ਬਚੋ। 31 ਦਸੰਬਰ ਤੋਂ ਪਹਿਲਾਂ ਜਿੰਨੇ ਮਰਜ਼ੀ ਕਿਲੋਵਾਟ ਦਾ ਤੁਹਾਡਾ ਬਿੱਲ ਸੀਗਾ ਉਹ ਸਾਰਾ ਮਾਫ ਹੋਊਗਾ, ਚਾਹੇ 2 ਕਿਲੋਵਾਟ ਹੈ, 4 ਕਿਲੋਵਾਟ ਹੈ, 5 ਕਿਲੋਵਾਟ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। 31 ਦਸੰਬਰ ਤੋਂ ਪਿੱਛੇ ਵਾਲੇ ਸਾਰੇ ਬਿੱਲ ਜਿਹੜੇ ਪੈਂਡਿੰਗ ਨੇ ਉਹ ਮਾਫ ਹੋਣਗੇ। ਖਬਰ ਪਾਇਲ ਤੋਂ, ਜਿੱਥੇ ਕਿ ਆਪ ਵਿਧਾਇਕ ਮਨਵਿੰਦਰ ਸਿੰਘ ਦਿਆਲਪੁਰਾ ਦੇ ਦਫ਼ਤਰ ਸਾਹਮਣੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ। ਦਰਅਸਲ ਇਲਾਕੇ 'ਚ ਕਈ ਹਫ਼ਤਿਆਂ ਤੋਂ ਬਿਜਲੀ ਨਹੀਂ ਆ ਰਹੀ, ਜਿਸ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਤੇ ਉਹਨਾਂ ਵੱਲੋਂ ਵਿਧਾਇਕ ਦੇ ਦਫ਼ਤਰ ਸਾਹਮਣੇ ਟਰੈਕਟਰ ਖੜੇ ਕਰ ਦਿੱਤੇ ਗਏ ਨੇ। ਉੱਥੇ ਹੀ ਧਰਨੇ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਮੌਕੇ ਤੇ ਮੌਜੂਦਾ ਵਿਧਾਇਕ ਦੇ ਪੀਏ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਮਿਲਣ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ। ਦੋਸਤੋ, ਤੁਸੀਂ ਦੇਖ ਰਹੇ ਹੋ ਫਾਸਟਵੇ ਨਿਊਜ਼ ਤੇ ਮੈਂ ਸੰਜੀਵ ਲਹਿਲ। ਇਸ ਵੇਲੇ ਮੌਜੂਦ ਹਾਂ ਪਾਇਲ ਦੇ ਵਿਧਾਇਕ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੇ ਦਫ਼ਤਰ ਦੇ ਬਾਹਰ, ਜਿੱਥੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈਆਂ ਜਾਂ ਜਿਹੜਾ ਇਹ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋਏ ਨੇ। ਇਹ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ
ਜਿਹੜੇ ਵਿਧਾਇਕ ਨੇ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਉਹਦੇ ਦਫ਼ਤਰ ਦੇ ਅੱਗੇ ਲੋਕੀ ਪ੍ਰੋਟੈਸਟ ਕਰ ਰਹੇ ਨੇ। ਸੋ ਕੀ ਕਾਰਨ ਆ ਅਸੀਂ ਜਾਣਦੇ ਹਾਂ, ਲੋਕਾਂ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਬਾਈ ਜੀ, ਸਵਾਗਤ ਆ ਤੁਹਾਡਾ ਫਾਸਟਵੇ ਨਿਊਜ਼ ਦੇ ਵਿੱਚ। ਹਾਂਜੀ, ਪਹਿਲਾਂ ਜਾਣਨਾ ਚਾਹਾਂਗੇ ਕੀ ਨਾਂ ਤੁਹਾਡਾ? ਹਾਂਜੀ ਕਾਲੀ ਸਾਹਿਬ, ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਠੇ ਹੋਏ ਨੇ ਇੱਥੇ ਗਿਆਸਪੁਰਾ ਸਾਹਿਬ ਦੇ ਦਫ਼ਤਰ ਅੱਗੇ, ਕੀ ਕਾਰਨ ਆ ਜੀ? ਸਰਕਾਰ ਇਹ ਪਹਿਲਾਂ ਹੀ ਸਰਕਾਰ ਕੋਲ ਸਾਡੇ ਨਾਲ ਧਰਨੇ ਤੇ ਬੈਠੀ ਹੈ। ਦੇਖੋ ਅੱਛਾ, ਕੌਣ ਨੇ, ਕੌਣ ਬੈਠੇ? ਦਫ਼ਤਰ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ। ਜੇ ਮਤਲਬ ਸਰਕਾਰ ਦੀ ਫੇਲੀਅਰ ਹੈ ਤਾਂ ਹੀ ਧਰਨੇ ਤੇ ਬੈਠੇ ਨੇ। ਕਾਰਨ ਕੀ ਆ? ਪਹਿਲਾਂ ਕਾਰਨ ਕਾਰਨ ਕੀ ਆ ਵੀ ਇੱਥੇ ਲਾਈਟ ਨਹੀਂ ਆ ਰਹੀ। ਆ ਜਿਹੜਾ ਸੂਦੜਾ ਪਿੰਡ, ਕਢਾਣੀ ਪਿੰਡ, 4 ਪਿੰਡ ਨੇ, 4 ਦਿਨ ਤੋਂ ਲਾਈਟ ਨਹੀਂ ਆ ਰਹੀ। ਸ਼ਹਿਰ ਦੇ ਵਿੱਚ 1 ਘੰਟਾ ਲਾਈਟ ਆਉਂਦੀ ਆ, 3-3 4-4 ਘੰਟੇ ਕੱਟ ਰਹਿੰਦੇ ਨੇ। ਭਾਈ ਜੀ ਅੱਜ ਤਾਂ 1 ਜੁਲਾਈ ਆ, 1 ਜੁਲਾਈ ਤੋਂ ਤਾਂ ਬਿਲਕੁਲ ਫ੍ਰੀ ਆ ਬੱਤੀ। ਬਿਲਕੁਲ ਜੀ, ਬਿਜਲੀ ਫ੍ਰੀ ਲੈਸ, ਵਾਇਰਲੈਸ ਦੇ ਮੰਗੂ, ਬਿਜਲੀ ਲੈਸ, ਇਲੈਕਟ੍ਰੀਕਲ ਲੈਸ, ਮੈਂ ਤਾਂ ਸਾਰਾ ਕੁਝ ਲੈਸ। ਕੈਮਰਾਮੈਨ ਜੀ, ਇਹ ਸਾਡੇ ਆਪਣੇ ਜੀਏ ਸਾਹਿਬ ਨੇ ਦਫ਼ਤਰ ਇੰਚਾਰਜ ਨੇ ਆਮ ਆਦਮੀ ਪਾਰਟੀ। ਸੋ ਗੱਲਬਾਤ ਕਰਦੇ ਆ। ਇੱਥੇ ਅਸੀਂ ਦੱਸ ਦਈਏ ਕਿ ਵੱਡਾ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ, ਪਾਇਲ ਤੇ ਹਲਕਾ ਨਿਵਾਸੀ ਇਕੱਠੇ ਹੋਏ ਨੇ। ਸੋ ਇਸ ਵੇਲੇ ਜਦੋਂ ਇਹ ਪ੍ਰੋਟੈਸਟ ਹੋ ਰਿਹਾ ਹੈ, ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ, ਉਹਨਾਂ ਦੇ ਜਿਹੜੇ ਪੀਏ ਸਾਹਿਬ ਨੇ, ਆਫਿਸ ਦਾ ਕੰਮ ਦੇਖਦੇ ਨੇ, ਸੰਗੋਵਾਲ ਸਾਹਿਬ। ਸੋ ਇਹਨਾਂ ਨਾਲ ਕਰਦੇ ਆ ਗੱਲਬਾਤ, ਕਿਉਂਕਿ ਇਹ ਵੀ ਇਹਨਾਂ ਦੇ ਵਿੱਚ ਆ ਕੇ ਬੈਠੇ ਨੇ, ਪ੍ਰੋਟੈਸਟ ਜਿਹੜੇ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਇਹਨਾਂ ਦੇ ਵਿੱਚ ਬੈਠੇ ਨੇ। ਸੋ ਕਰਦੇ ਆ ਗੱਲਬਾਤ। ਭਾਈ ਜੀ ਸਵਾਗਤ ਆ ਤੁਹਾਡਾ। ਵੱਡੀ ਗਿਣਤੀ ਦੇ ਵਿੱਚ ਲੋਕੀ ਆ ਕੇ ਬੈਠੇ ਨੇ, ਅਜੇ 3 ਮਹੀਨੇ ਹੋਏ ਨੇ ਜੀ, ਕੀ ਕਹੋਗੇ? ਦੇਖੋ ਲਾਈਟ ਜਿਹੜੀ ਆ ਇਸ ਟਾਈਮ ਚੱਲ ਰਹੀ ਆ, ਇਸ ਟਾਈਮ ਲਾਈਟ ਚਾਲੂ ਹੈ। ਗ੍ਰਿਡ ਦੇ ਵਿੱਚ ਖਰਾਬੀ ਆ ਗਈ, ਮਸ਼ੀਨਰੀ ਚੱਲਦੀ ਆ, ਖਰਾਬੀ ਆਉਣੀ ਹੈ। ਅਜੇ ਸਾਡੀ ਸਰਕਾਰ ਨੂੰ 3 ਮਹੀਨੇ ਹੋਏ ਨੇ, 70 ਸਾਲਾਂ ਤੋਂ ਤੁਹਾਨੂੰ ਪਤਾ ਵੇੜਿਆਂ ਨੂੰ ਉਹਨੂੰ ਸੋਚਣਾ ਚਾਹੀਦਾ। ਲਾਈਟ ਵੀ ਚੱਲ ਰਹੀ ਆ, ਸਾਡੇ ਦਫ਼ਤਰ ਲਾਈਟ ਚੱਲ ਰਹੀ ਆ, ਪਹਿਲ ਚੱਲ ਦੇਖੀ ਫਿਰ ਸਾਡੇ ਪਿਛਲੇ 4-5 ਦਿਨਾਂ ਤੋਂ ਖਰਾਬੀ। ਮੈਂ ਤੁਹਾਨੂੰ ਦੱਸ ਰਿਹਾ 4-5 ਦਿਨਾਂ ਤੋਂ ਖਰਾਬੀ। ਪਟਿਆਲੇ ਤੋਂ ਆਏ ਹੋਏ ਨੇ, ਪੀਰ ਸਾਹਿਬ ਆਏ ਨੇ, ਐਕਸ਼ਨ ਚੱਲ ਰਹੇ ਨੇ, ਸਫਾਈ ਠੀਕ ਕਰ ਰਹੇ ਨੇ, ਪਾਣੀ ਵੀ ਠੀਕ ਹੋ ਰਹੀ ਹੈ, ਚੱਲ ਰਹੀ ਹੈ। ਹੁਣ ਜਿਵੇਂ ਗਿਆ ਸੰਗੋਵਾਲ ਸਾਹਿਬ, ਤੁਸੀਂ ਇੱਥੇ ਬੈਠੇ ਸੀ, ਜਿਵੇਂ ਤੁਸੀਂ ਬੈਠੇ ਇੱਕ ਪਾਸੇ ਕਹਿ ਰਹੇ ਹੋ ਕੰਮ ਹੋ ਰਿਹਾ, ਇੱਕ ਪਾਸੇ ਤੁਸੀਂ ਹੱਲਾ ਦੇ। ਇਹ ਸਾਡੇ ਵੀਰ ਨੇ, ਸਾਡੇ ਭਰਾ ਨੇ, ਇਹ ਅਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਹਾਂ। ਜੇ ਧੁੱਪੇ ਬਹਿਣ ਕੇ ਸਾਨੂੰ ਉੱਥੇ ਜੰਗਲ ਲੱਗਦਾ ਦਫ਼ਤਰਾਂ 'ਚ। ਤੁਸੀਂ ਮਤਲਬ ਤਾਂ ਬੈਠੇ ਹੋ ਵੀ ਜੇ ਇਹਨਾਂ ਨੂੰ ਧੁੱਪ ਲੱਗਦੀ ਹੈ ਤਾਂ ਅਸੀਂ ਵੀ ਧੁੱਪ 'ਚ ਬੈਠੇ ਅਸੀਂ ਬੈਠਾਂ ਮਤਲਬ ਇਹਨਾਂ ਦਾ ਦਰਦ ਸਮਝ ਰਹੇ ਹੋ? ਬਿਲਕੁਲ ਸਮਝ ਰਹੇ ਹਾਂ, ਇਹਨਾਂ ਦਾ ਦਰਦ ਸਾਡਾ ਆਪਣਾ ਦਰਦ ਹੈ। ਤੇ ਅੱਜ ਤੋਂ ਜਿਹੜੀ ਬੱਤੀ ਆ ਉਹ ਮਾਫ ਆ। ਇੱਥੇ ਤਾਂ ਲੋਕੀ ਕਹਿ ਰਹੇ ਨੇ ਵੀ ਜਦੋਂ ਆਉਣੀ ਫਿਰ ਮਾਫ ਆਊਗੀ, ਬਿਲਕੁਲ ਆਊਗੀ, ਕਿਉਂ ਨਹੀਂ ਆਊਗੀ? ਮੈਂ ਵਿਸ਼ਵਾਸ ਦਵਾਉਣਾ, ਲਾਈਟ ਚੱਲੂਗੀ ਬਿਲਕੁਲ। ਸਰ ਪਿਛਲੇ 4-5 ਦਿਨ ਤੋਂ ਪਿੰਡ ਪੁੱਟਣੇ ਦੀ ਲਾਈਟ ਨਹੀਂ ਆ ਰਹੀ। ਤਾਂ ਧਰਨਾ ਦਿੱਤਾ ਅਸੀਂ ਲਾਈਟ ਫਿਰ 20 ਮਿੰਟ ਚੱਲ ਪਈ। ਨਹੀਂ ਜਮਾ ਖਤਮ ਨਹੀਂ ਹੁੰਦਾ, ਤੁਸੀਂ ਇਹ ਗੱਲ ਕਹੋ, ਜਮਾ ਖਤਮ ਨਹੀਂ ਹੁੰਦਾ। 3 ਮਹੀਨੇ ਬਹੁਤ ਹੁੰਦੇ ਨੇ। ਸਰਕਾਰ ਨੇ ਵਾਅਦਾ ਕਰਿਆ ਸੀ, ਇਹਨਾਂ ਦੀਆਂ ਰੀਲਾਂ ਸੁਣ ਕੇ ਦੇਖ ਲਓ ਵੀ ਜੇ ਦਿਨ ਸਾਡੀ ਸਰਕਾਰ ਆ ਗਈ, ਉਸ ਦਿਨ ਤੋਂ ਅਸੀਂ ਬਿਲਕੁਲ ਸਾਰਾ ਕੁਝ ਸਫਾਈ ਕਰ ਦਿਆਂਗੇ। ਇੱਥੇ ਜਿਹੜੀ ਬੇਸਿਕ ਨੀਡ ਆ, ਸਾਨੂੰ ਪਾਣੀ ਨਹੀਂ ਮਿਲ ਰਿਹਾ, ਬਿਜਲੀ ਨਹੀਂ ਮਿਲ ਰਹੀ, ਇਹ ਤਾਂ ਸਿਰਫ ਇਸ ਕਰਕੇ ਆ ਕਿ ਲੋਕ ਜ਼ਿਆਦਾ ਬੈਠੇ ਨੇ। ਐਕਸ਼ਨ ਸਾਹਿਬ ਨੂੰ ਬੁਲਾਇਆ ਇੱਧਰ ਕਰਾਓ ਸਾਡੀ ਦਾ ਕਰ ਲਓ, ਜਿਹੜੇ ਪਿੰਡਾਂ ਵਿੱਚ 50 ਬੰਦੇ ਉੱਠੇ। ਪਿੰਡ ਮਕਸੂੜੇ ਤੋਂ ਜਿਹੜੇ ਆਏ ਨੇ। ਹਾਂਜੀ ਦੇਖੋ ਜੀ, ਪਿੰਡ ਮਕਸੂੜਾ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਬਿਲਕੁਲ ਲਾਈਟ ਨਹੀਂ। ਇਹ ਕਹਿੰਦੇ ਨੇ ਜੀ ਗ੍ਰਿਡ ਦੇ ਵਿੱਚ ਖਰਾਬੀ ਹੈ, ਤੇ ਚਲੋ ਮੰਨਦੇ ਆ ਵੀ ਗ੍ਰਿਡ 'ਚ ਖਰਾਬੀ ਹੈ, ਪਰ ਫਿਰ ਇਸ ਤਰ੍ਹਾਂ ਕਿਉਂ ਕਿਹਾ ਜਾਵੇ ਕਿ ਅਫਸਰਸ਼ਾਹੀ ਅਜੇ ਸਾਡੇ ਅੰਡਰ ਨਹੀਂ ਆਈ? ਠੀਕ ਹੈ ਜੀ, ਰਾਤ ਲਾਈਟ ਨਹੀਂ ਆਈ, ਅਸੀਂ ਜਦੋਂ ਗ੍ਰਿਡ 'ਚ ਗਏ ਉਹ ਕਹਿੰਦੇ ਜੀ ਬਿਲਕੁਲ ਲਾਈਟ ਨਹੀਂ ਆਈ। ਅਸੀਂ ਧਰਨਾ ਲਾਇਆ ਚੌਂਕ ਦੇ ਵਿੱਚ, 20 ਮਿੰਟ ਬਾਅਦ ਲਾਈਟ ਆਈ। ਤੇ ਤੁਸੀਂ ਯਕੀਨ ਮੰਨੋ 20 ਮਿੰਟ ਬਾਅਦ ਜਦੋਂ ਲਾਈਟ ਆ ਸਕਦੀ ਆ, ਸਾਰੀ ਰਾਤ ਲਾਈਟ ਰਹੀ ਤੇ ਸਵੇਰੇ ਫਿਰ ਕੱਟ ਲਾ ਦਿੱਤਾ ਗਿਆ। ਤੇ ਹੁਣ ਫਿਰ ਇਹੋ ਗੱਲਾਂ ਨੇ ਕਿ ਆਉਣਾ ਨਹੀਂ, ਲਾਈਟ ਨੇ ਆਉਣਾ ਨਹੀਂ ਹੈ ਜੀ, ਖਰਾਬ ਅੰਦਰਲਾ ਸਿਸਟਮ ਬਿਲਕੁਲ ਕ੍ਰੈਸ਼ ਹੋ ਚੁੱਕਿਆ। ਤੇ ਦੂਜੀ ਗੱਲ ਇਹ ਆ, ਪਿੰਡ ਦੇ ਵਿੱਚ ਹਾਲਤ ਜਾ ਕੇ ਦੇਖੋ। ਇੱਕ ਜਿਹੜਾ ਚਲੋ ਬੰਦਾ ਜਿਹੜਾ ਆਪਣੇ ਆਪ ਦੇ ਵਿੱਚ ਆ ਉਹ ਸਮਰਸੀਬਲ ਨਾਲ ਭਰੂ ਪਾਣੀ, ਪਰ ਦੇਖੋ ਪਿੰਡਾਂ ਦੇ ਵਿੱਚ ਗਰੀਬ ਲੋਕ ਨਹਿਰਾਂ ਤੋਂ ਲੈ ਕੇ ਪਾਣੀ ਪੀਂਦੇ ਨੇ, ਕਿਤੇ ਨਲਕਿਆਂ ਉੱਪਰ ਜਾਂਦੇ ਨੇ, ਕਦੇ ਗੁਰਦੁਆਰਿਆਂ 'ਚ ਜਾਂਦੇ ਨੇ, ਯਾਨੀ ਜੀ ਕੋਈ ਹਾਲ ਨਹੀਂ ਹੈ। ਸਾਡੇ ਨਾਲ ਇਸ ਵੇਲੇ ਐਕਸ਼ਨ ਸਾਹਿਬ ਵੀ ਜੁੜਦੇ ਨੇ, ਉਹਨਾਂ ਦੇ ਨਾਲ ਵੀ ਕਰਦੇ ਆ ਗੱਲਬਾਤ। ਹਾਂਜੀ ਜਨਾਬ, ਕੀ ਨਾਮ ਆ ਜੀ? ਠੀਕ ਹੈ ਜੀ ਸਰ, ਕੀ ਕਾਰਨ ਆ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਹੋਣਾ ਪਿਆ? ਤੇ ਇਹਨਾਂ ਦਾ ਕਹਿਣਾ ਵੀ ਪਿਛਲੇ 4-5 ਦਿਨਾਂ ਤੋਂ ਜਿਹੜੇ ਪਾਇਲ ਦੇ ਨੇੜਲੇ ਪਿੰਡ ਨੇ, ਜਿਵੇਂ ਮਕਸੂਦੜਾ ਹੋ ਗਿਆ ਤੇ ਬਹੁਤ ਸਾਰੇ ਪਿੰਡ ਨੇ, ਉਹਨਾਂ ਵਿੱਚ ਲਾਈਟ ਨਹੀਂ ਆ ਰਹੀ। ਕੀ ਕਾਰਨ ਆ? ਪਹਿਲਾਂ ਕਾਰਨ ਪੁੱਛਾਂਗੇ। ਕਾਰਨ ਪਰਸੋਂ ਤੋਂ ਪ੍ਰੋਬਲਮ ਆ ਰਹੀ ਹੈ, ਜਿਹੜਾ ਆਪਣਾ ਗ੍ਰਿਡ ਹੈ ਪੈਣ ਤੇ 2 ਟਰਾਂਸਫਾਰਮਰ ਹੈ, ਇੱਕ ਟਰਾਂਸਫਾਰਮਰ ਹੈ ਜਿਹੜਾ ਉਸ ਨੂੰ ਟੈਕਨੀਕਲ ਫਾਲਟ ਕਰਕੇ ਦਿੱਕਤ ਹੈ, ਉਸ ਦੇ ਉੱਤੇ ਲੋਡ ਚਲਾਇਆ ਤਾਂ ਕਰਕੇ ਲੋਡ
ਨਹੀਂ ਕੋਈ ਐਦਾਂ ਦਾ ਕੋਈ ਪ੍ਰਬੰਧ ਨਹੀਂ ਸੀ ਹੋ ਸਕਦਾ ਵੀ ਉਹਨਾਂ ਪਿੰਡਾਂ ਨੂੰ ਕਿਸੇ ਹੋਰ ਪਾਸੇ ਦੀ ਸਪਲਾਈ ਦਿੱਤੀ ਜਾਂਦੀ ਸੀ। ਇਹਨਾਂ ਪਿੰਡਾਂ ਦੀ ਸਪਲਾਈ ਹੁਣ ਵੀ ਚੱਲ ਰਹੀ ਹੈ। ਹਾਂਜੀ ਹਾਂਜੀ ਦਿੱਤੀ ਹੋਈ ਹੈ ਸਪਲਾਈ, ਕਦੀ ਗੱਲ ਨਹੀਂ। ਭਾਈ ਸਾਹਮਣੇ ਗੱਲ ਕਰੋ। ਜਿਹੜੇ ਲੋਕ ਨੇ ਇਸ ਚੀਜ਼ ਨੂੰ ਮੰਨਦੇ ਨਹੀਂ ਹੈਗੇ। ਉਹ ਨਹੀਂ ਚੱਲਦੀ ਜੀ, ਹੁਣ ਕਿਹੜੇ ਪਿੰਡ ਵਿੱਚ ਚੱਲਦਾ? ਮਸੂੜਾ ਪਿੰਡ ਦੇ ਲੋਕ ਨੇ ਨਾ। ਹਾਂਜੀ ਹਾਂਜੀ ਪਾਇਲ ਦੇ ਵੀ ਰਾਤੀ ਕਹਿ ਰਹੇ ਸੀ ਐਲ ਦੀ ਵੀ ਚੱਲ ਰਹੀ ਹੈ। ਪਾਇਲ ਧਰਨਾ ਇੱਥੇ ਲਾਉਣਾ ਢੁੱਕਮਾ ਪੰਚ ਬਿਜਲੀ ਮਹਿਕਮੇ ਦੇ ਇਹਨਾਂ ਦਾ ਦਫ਼ਤਰ ਘੇਰਦੇ ਤੇ ਐਸਡੀਓ ਸਾਹਿਬ ਦਾ ਦਫ਼ਤਰ ਘੇਰਦੇ ਐਕਸੀਅਨ ਸਾਹਿਬ ਦਾ ਘੇਰਦੇ। ਇੱਥੇ 4 ਦਿਨ ਹੋ ਗਏ ਘੇਰਦਿਆਂ ਨੂੰ। ਘੇਰਨਾ ਗੈਰ ਬਾਜੀ ਇੱਥੇ ਧਰਨਾ ਲਾ ਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਆ। ਮਹਿਕਮੇ ਦਾ ਵੀਡੀਓ ਦਾ ਦਫ਼ਤਰ ਘੇਰਦੇ। ਦੂਜੀ ਇਹਨਾਂ ਦੀ ਸੰਤੁਸ਼ਟੀ ਲਈ ਅਸੀਂ ਐਕਸੀਅਨ ਸਾਹਿਬ ਲੈ ਕੇ ਆਂਦੇ ਆ। ਇਹ ਇਹਨਾਂ ਦੀ ਧਰਨਾਕਾਰੀਆਂ ਦੀ ਸੰਤੁਸ਼ਟੀ ਕਰਾਉਣਗੇ ਵੀ ਕੀ ਨੁਕਸ ਸੀਗਾ, ਜੋ ਵੀ ਗੱਲਬਾਤ ਸੀ। ਸੋ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ, ਤਸਵੀਰਾਂ ਦਿਖਾ ਦਿੰਦੇ ਆ। ਇਹ ਤਸਵੀਰਾਂ ਨੇ ਪਾਇਲ ਦੀਆਂ, ਜਿੱਥੇ ਕਿ ਵਿਧਾਇਕ ਸਾਹਿਬ ਦੇ ਜਿਹੜੇ ਦਫ਼ਤਰ ਅੱਗੇ ਲੋਕੀ ਬੈਠੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਜੀ ਕਿੱਥੇ ਜਾ ਰਹੇ ਹੋ ਜੀ? ਮੰਡੀ ਗੋਬਿੰਦਗੜ੍ਹ ਜਾ ਰਹੇ ਭਰਨਾ। ਹਾਂ ਕਿੰਨੀ ਕੁ ਦੇਰ ਤੇ ਖੜੇ ਹੋ ਜੀ ਇੱਥੇ? ਇੱਥੇ ਹੋ ਗਏ ਇਹਨੂੰ ਘੰਟੇ ਤਕਰੀਬਨ। ਹਾਂ ਤੁਹਾਨੂੰ ਪਤਾ ਵੀ ਕਿਹੜਾ ਥਾਂ ਆ ਜੀ ਇਹ? ਇਹ ਗਿਆਸਪੁਰ ਸਾਹਿਬ ਦਾ ਦਫ਼ਤਰ ਹੈ ਜੀ, ਐਮਐਲਏ ਸਾਹਿਬ ਦਾ ਜੀ। ਹਾਂ ਕਿੱਥੇ ਜੀ? ਪੈਰ ਦੇ ਵਿੱਚ ਜੀ। ਹਾਂ ਕਿੰਨੀ ਕੁ ਦੇਰ ਹੋ ਗਈ ਖੜਿਆਂ ਨੂੰ? ਘੰਟਾ ਹੋ ਗਿਆ ਜੀ ਸਾਨੂੰ ਖੜੇ, ਹੈਰਾਨ ਹੋ ਰਹੇ ਆ ਜੀ ਅਸੀਂ। ਹਾਂ ਤੇ ਧਰਨਾ ਲੱਗਿਆ ਹੋਣਾ ਇੱਥੇ? ਹਾਂ ਜੀ ਧਰਨਾ ਲੱਗਿਆ ਜੀ। ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਫੋਕਲ ਪੁਆਇੰਟ ਇਲਾਕੇ ਚੋਂ, ਜਿੱਥੇ ਕਿ ਲੁਟੇਰਿਆਂ ਨੇ ਇੱਕ 12 ਸਾਲੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਲੁਟੇਰੇ ਬੱਚੇ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦਾ ਵਿਰੋਧ ਕਰਨ ਤੇ ਲੁਟੇਰਿਆਂ ਨੇ ਉਸ ਤੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਬੱਚੇ ਆਂਡੇ ਦੀ ਰੇਹੜੀ ਲਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਧਰ ਸੂਚਨਾ ਮਿਲਦੇ ਹੀ ਪੁਲਿਸ ਨੇ ਮੁਸ਼ਤੈਦੀ ਨਾਲ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਫਰਾਰ ਦੱਸਿਆ ਜਾ ਰਿਹਾ ਹੈ, जिस की भाल जारी है। अब मामला सर अब हम तो जानते नहीं, हम तो दुकान में थे अपना। अब क्या ऊपर मामला हुआ, लड़का हमारा गया ऊपर में, कुछ लड़ा झगड़ा किया था, ऊपर में चला गया। अब मोबाइल छीन करके चाकू मार दिया। अब मामला का वही है, अब हम तो जानते नहीं है मामला, हमें तो कोई अब दुकान में अपना थे हम। 7:30 नहीं, कोई पुरानी रंजिश नहीं है उसका। मुंडे का नाम है कुंजन। कितने बजे की बात है? कितने बजे की बात है? 7:30 बजे का टाइम। सुबह 7 बजे? शाम को। शाम को। हाँ हमला तो चाकू नाल हमला, लड़का का नाम हम नहीं जानते हैं, राजू लाल का बेड़ा है। हाँ मौके पर बचाव किया है, मतलब पब्लिक ने पकड़ लिया उसको। पब्लिक ने पकड़ लिया था। हाँ मौत थोड़ी देर के बाद चली है, मौत हुई है और मौके ही मौत हो समझो। अभी भी किसी के बच्चे के साथ नहीं होना चाहिए। पूरे पंजाब सरकार से भी हमारी यही गुजारिश है कि ऐसा अपराध करने वाले अपराधियों को सख्त से सख्त सज़ा दे और इनको फांसी की सज़ा दे और ऐसी सज़ा सुनाई जाए कि आगे कोई ऐसा अपराधी कोई पैदा ना हो समाज में। ऐसे अपराधी का तुरंत फांसी की सज़ा होना चाहिए और सरकार से भी, प्रशासन से भी हमें विनती है कि इसको जल्द से जल्द सज़ा दें और कार्रवाई जल्द से की जाए। हमारी सारे मतलब पुलिस मुलाजिमों का भी और प्रशासन और हमारे सरकार से भी विनती है कि ऐसे मुलाजिमों का समाज में रहना बहुत ख़तरनाक काम है। ये ऐसे मुलजिम जो हैं इनको तो फांसी तो तुरंत दे देनी चाहिए। हमारी तो यही मांग है पंजाब सरकार से कि इनको फांसी बिल्कुल हो जानी चाहिए, तुरंत फांसी दे देना चाहिए, क्योंकि मौके वारदात पे पकड़ा गया है। चाकू इसने अपने हाथ में लिया हुआ था, मारा हुआ, लोगों ने देखा हुआ, गवाह भी हैं। इनके साथ बिल्कुल कोई कार्रवाई, जितनी कार्रवाई बनती है कोई लिहाज ना किया जाए और इसको सख्त से सख्त सज़ा दे। ਜੀ ਅਸੀਂ 7:30-8 ਵਜੇ ਦੇ ਕਰੀਬ ਪੈਟਰੋਲਿੰਗ ਲਈ ਏਰੀਆ 'ਚ ਮੌਜੂਦ ਸੀਗੇ। ਜਦੋਂ ਅਸੀਂ ਦੁਰਗਾ ਕਲੋਨੀ ਪੁੱਜੇ ਤਾਂ ਉੱਥੇ ਵੇਖਿਆ ਕਿ ਲੋਕਾਂ ਦਾ ਕਾਫੀ ਭਾਰੀ ਇਕੱਠ ਸੀ। ਜਦੋਂ ਪਹੁੰਚ ਕੇ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਗੁੰਜਨ ਨਾਮ ਦਾ ਲੜਕਾ, ਜਿਸ ਦੀ ਉਮਰ ਕਰੀਬ 11-12 ਸਾਲ ਹੈ, ਅਕਸ਼ੇ ਕੁਮਾਰ ਨਾਮ ਦੇ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ, ਜਿਸ ਨੂੰ ਫੋਰਟਿਸ ਹਸਪਤਾਲ ਇਲਾਜ ਲਈ ਲੈ ਕੇ ਜਾਇਆ ਗਿਆ ਹੋਇਆ। ਤਾਂ ਜਦੋਂ ਅਸੀਂ ਮਤਲਬ ਕਿ ਅਕਸ਼ੇ ਕੁਮਾਰ ਉਹਨਾਂ ਨੇ ਆਲਰੇਡੀ ਫੜਿਆ ਹੋਇਆ ਸੀਗਾ, ਉਹਨੂੰ ਫੜ ਕੇ ਅਸੀਂ ਥਾਣੇ ਲੈ ਕੇ ਆਏ। ਜਦੋਂ ਫੋਰਟਿਸ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਬਰੋਡ ਡੈਡ ਆ। ਉਸ ਤੋਂ ਬਾਅਦ ਉਹਦੀ ਉਮਰ 23 ਸਾਲ ਆ। ਫਿਲਹਾਲ ਤਾਂ ਇੱਥੇ ਦੁਰਗਾ ਕਲੋਨੀ 'ਚ ਗਲੀ ਨੰਬਰ 3 'ਚ ਵਿਹੜੇ 'ਚ ਰਹਿ ਰਿਹਾ, ਬਟ ਪਿੱਛੋਂ ਇਹ ਬਿਹਾਰ ਦਾ ਆ। ਸਰ ਇਹ ਫੋਨ ਖੋਣ ਆਇਆ ਸੀ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼? ਨਹੀਂ, ਫੋਨ ਨਹੀਂ ਖੋਣ ਆਇਆ ਸੀਗਾ ਜੀ। ਵੈਸੇ ਇਹਨਾਂ ਦੀ ਕੋਈ ਲਾਗ ਡਾਟ ਹੋਈ ਸੀ, ਕੋਈ ਬਹਿਸ ਬਜ਼ਈਆ ਹੋਇਆ। ਮਾਮਲਾ ਛੋਟਾ ਸੀਗਾ, ਬਟ ਉਹ ਤੈਸ 'ਚ ਆ ਕੇ ਉਹਨੇ ਹਮਲਾ ਕਰ ਦਿੱਤਾ। ਇਹ ਗਵਾਂਢੀ ਸੀ। ਇਸਕੌਨ ਮੰਦਿਰ ਅਤੇ ਭਗਵਾਨ ਜਗਨਨਾਥ ਕਮੇਟੀ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸ਼੍ਰੀ ਜਗਨਨਾਥ ਯਾਤਰਾ ਦਾ ਆਰੰਭ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੱਲੋਂ ਵਿਸ਼ੇਸ਼ ਹਾਜ਼ਰੀ ਭਰੀ ਗਈ। ਇਸ ਨਾਲ ਹੀ ਆਪ ਵਿਧਾਇਕ ਮਦਨ ਲਾਲ ਬੱਗਾ, ਕੁਲਵੰਤ ਸਿੱਧੂ, ਅਸ਼ੋਕ ਪ੍ਰਾਸ਼ਰ ਪੱਪੀ ਅਤੇ ਗੁਰਪ੍ਰੀਤ ਗੋਗੀ भी मौजूद रहे। बहुत ही खुशी और हर्ष और उल्लास का दिन है कि आज लुधियाना की धरती पे भगवान जगन्नाथ जी
सेम टाइम पुरी में भी आज भगवान जी की रथ यात्रा निकल रही है। और उसी तरह से आज लुधियाना वाले हम बहुत ही भाग्यशाली हैं कि जब से 2002 से यात्रा शुरू हुई है तब से इस यात्रा में आने का मौका मिलता है। और मुझे लगता है कि आज लुधियाना वासी जो हैं वो अपने आप को धन्य मान रहे हैं। कहते हैं कि जहाँ भी भगवान जगन्नाथ जी की दृष्टि पड़ती है वहाँ दूर दूर तक कोई भी दुख रोग और दरिद्रता नहीं होती। तो मैं भगवान जी से ही प्रार्थना करूँगी कि सारे पंजाब खासकर हमारा लुधियाना जो है शांतिमय बना रहे। देखो जी भगत ਸਾਰੇ ਭਗਤ ਰੱਬ ਦੇ ਬਰਾਬਰ ਭਗਤ ਸੀ ਸਾਰੇ ਭਗਤ ਰੱਬ ਦੇ ਬਰਾਬਰ ਹੁੰਦੇ ਆ ਔਰ ਉਹਨਾਂ ਦਾ ਆਸ਼ੀਰਵਾਦ ਮਿਲਣਾ ਬੜੀ ਵੱਡੀ ਗੱਲ ਹੈ। ਔਰ ਮੈਂ ਆਪਦੇ ਆਪ ਨੂੰ ਪੂਰਾ ਮਤਲਬ ਭਾਗਾਂ ਵਾਲਾ ਸਮਝਦਾ ਕਿ ਜੋ ਨਜ਼ਾਰਾ ਸਿਰਫ ਤੇ ਸਿਰਫ ਜਗਨਨਾਥ ਪੁਰੀ ਦੇ ਵਿੱਚ ਮਿਲਦਾ ਹੈ। ਜਗਨਨਾਥ ਮਹਾਰਾਜ ਜੀ ਦੀ ਰੱਥ ਯਾਤਰਾ ਜਿਹੜੇ ਇਹ ਮਾਨਤਾ ਹੈ ਵੀ ਉਹ ਸਿਰਫ ਇੱਕ ਵਾਰ ਆਪਦੇ ਉੱਥੋਂ ਮੰਦਿਰ ਤੋਂ ਬਾਹਰ ਨਿਕਲਦੇ ਆ ਦਰਸ਼ਨ ਦੇਣ ਵਾਸਤੇ। ਔਰ ਇਹ ਵੀ ਦੰਦ ਕਥਾ ਹੈ ਕਿ ਜਿਹੜਾ ਪ੍ਰਾਣੀ ਉਹ ਰੱਸੇ ਨੂੰ ਹੱਥ ਲਾ ਲੇ ਜਾਂ ਪ੍ਰਤਿਮਾ ਦੇ ਦਰਸ਼ਨ ਕਰ ਲੇ ਉਹਨੂੰ ਮੋਕਸ਼ ਪ੍ਰਾਪਤ ਹੁੰਦਾ। ਉਹ ਹੀ ਕਿਰਪਾ ਲੁਧਿਆਣੇ ਦੀ ਹੋ ਰਹੀ ਹੈ ਤੇ ਮੈਨੂੰ ਇਸ ਵੱਡੇ ਕਾਰਜ ਦਾ ਆਰੰਭ ਕਰਨ ਲਈ ਇੱਥੇ ਇਨਵਾਈਟ ਕੀਤਾ ਗਿਆ। ਸੋ ਮੈਂ ਤਾਂ ਆਭਾਰੀ ਹਾਂ ਸਾਡੇ ਐਮਐਲਏ ਸਾਹਿਬਾਨ ਦਾ ਤੇ ਇੱਥੋਂ ਦੀ ਜਿਹੜੀ ਪ੍ਰਬੰਧਕੀ ਕਮੇਟੀ ਦਾ ਔਰ ਸਾਰੇ ਭਗਤਾਂ ਦਾ ਜਿਨ੍ਹਾਂ ਨੇ ਦਰਸ਼ਨ ਦੇ ਕੇ ਮੈਨੂੰ ਮੇਰੇ ਤੇ ਕਿਰਪਾ ਕੀਤੀ ਹੈ। ਜਗਨਨਾਥ ਜੀ ਦੀ ਯਾਤਰਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਬਹੁਤ ਪ੍ਰਬੰਧਕਾਂ ਨੇ ਵਧੀਆ ਪ੍ਰਬੰਧ ਕੀਤੇ। ਸੰਗਤ ਵੱਲੋਂ ਵੀ ਜਗ੍ਹਾ ਜਗ੍ਹਾ ਸਟਾਲ ਲਾ ਕੇ ਇੱਥੇ ਪ੍ਰਬੰਧ ਕੀਤਾ ਗਿਆ ਹੈ। ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਤੇ ਸਾਡੇ ਡਿਪਟੀ ਸਪੀਕਰ ਰੂੜੀ ਸਾਹਿਬ ਵੀ ਇਹਦੇ ਵਿੱਚ ਮੌਜੂਦ ਨੇ ਤੇ ਸਾਰੇ ਐਮਐਲਏ ਸਾਹਿਬਾਨ ਸੰਗਤ ਨੂੰ ਬਹੁਤ ਬਹੁਤ ਵਧਾਈ। ਮੈਂ ਲੁਧਿਆਣੇ ਤੋਂ ਪਹਿਲੀ ਵਾਰ ਵਿਧਾਇਕ ਚੁਣ ਕੇ ਗਿਆ। ਸਪੀਕਰ ਸਾਹਿਬ ਨੇ ਮੈਨੂੰ 2 ਵਾਰੀ ਲੁਧਿਆਣੇ ਦੇ ਮੁੱਦਿਆਂ ਦੇ ਬੋਲਣ ਦਾ ਮੌਕਾ ਦਿੱਤਾ। ਤੁਸੀਂ ਇਹ ਰੂਲ ਹੁੰਦਾ ਵਾ ਉੱਥੇ ਦਾ ਪ੍ਰੋਟੋਕਾਲ ਆ ਵਿਧਾਨ ਸਭਾ ਦਾ ਜਿੰਨੇ ਮੈਂਬਰ ਹੋਣ ਉਹਦੇ ਹਿਸਾਬ ਨਾਲ। ਹੁਣ ਜਦ ਮੈਂਬਰ ਹੀ ਲੋਕਾਂ ਨੇ 17-18 ਚੁਣ ਕੇ ਭੇਜਿਆ ਹੁਣ ਸਾਰਾ ਟਾਈਮ ਇਹਨਾਂ ਨੂੰ ਥੋੜਾ ਦਿੱਤਾ ਜਾ ਸਕਦਾ। ਕਹਿੰਦੇ ਖਹਿਰਾ ਸਾਹਿਬ ਤੇ ਬਾਜਵਾ ਸਾਹਿਬ ਨਾਲ ਖਹਿਬਾਜ਼ੀ ਵੀ ਹੋਈ ਹੈ ਸੀਐਮ ਸਾਹਿਬ ਦੀ। ਦੇਖੋ ਖਹਿਰਾ ਸਾਹਿਬ ਨੂੰ ਤਾਂ ਕੋਈ ਹੁਣ ਜੇ ਅਸਲ ਪੁੱਛੋ ਈਡੀ ਦਾ ਹੀ ਬੋਝ ਪਿਆ ਹੋਇਆ ਵੀ ਈਡੀ ਨੇ ਮੈਨੂੰ ਸੰਮਣ ਕਰਕੇ ਬੁਲਾ ਲਿਆ ਜੇਲ੍ਹ ਯਾਤਰਾ ਕਰਾਤੀ। ਇਹਨਾਂ ਨੂੰ ਈਡੀ ਦਾ ਬੋਝ ਪਿਆ ਹੋਇਆ। ਹੁਣ ਇਹਨਾਂ ਨੂੰ ਜਨਤਾ ਦੇ ਮੁੱਦਿਆਂ ਦਾ ਕੋਈ ਮਤਲਬ ਨਹੀਂਗਾ। ਈਡੀ ਦਾ ਬੋਝ ਆ। ਓਪੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਨੇ ਵੀ ਆਬਜੈਕਸ਼ਨ ਜਤਾਈ ਹੈ। ਦੇਖੋ ਬਾਜਵਾ ਸਾਹਿਬ ਨੂੰ ਜਿੰਨਾ ਟਾਈਮ ਉਹ ਚਾਹੁੰਦੇ ਆ ਸਾਡੇ ਮਾਨਯੋਗ ਸਪੀਕਰ ਸਾਹਿਬ ਉਦੋਂ ਵੱਧ ਟਾਈਮ ਦੇ ਕੇ ਉਹਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦੇ ਆ। ਮੈਂ ਪਹਿਲੀ ਵਾਰ ਦੇਖਿਆ ਵਿਧਾਨ ਸਭਾ 'ਚ ਪੂਰਾ ਮੌਕਾ ਉਹਨਾਂ ਨੂੰ ਜਿੰਨਾ ਟਾਈਮ ਚਾਹੁੰਦੇ ਆ ਉਹ ਮੰਗਦੇ ਆ ਉਹਨਾਂ ਮਿਲਦਾ ਵਾ। ਬਿਜਲੀ ਦਾ ਕਿਤੇ ਕਲੀਅਰ ਨਹੀਂ ਹੈਗਾ ਕਿਹਨੂੰ ਮਿਲੂਗੀ ਉਸ ਤੇ ਥੋੜਾ ਸਪਸ਼ਟ ਕਰੋ। ਦੇਖੋ ਹੁਣ ਸਾਰਾ ਕੁਝ ਬਣਾ ਕੇ ਤੁਹਾਡੇ ਅੱਗੇ ਜਨਤਾ ਹੀ ਤੁਹਾਡੀ ਮੀਡੀਆ ਦੇ ਰਾਹੀਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਣਾ ਵਾ। ਬਸ ਉਹਦਾ ਤਿਆਰੀ ਹੋ ਰਹੀ ਹੈ 1-2 ਦਿਨਾਂ 'ਚ ਕਲੀਅਰ ਹੋ। ਮਿੰਨੀ ਸਕੱਤਰ ਅਤੇ ਪ੍ਰਾਪਰਟੀ ਡੀਲਰ ਵੈਲਫੇਅਰ ਐਸੋਸੀਏਸ਼ਨ ਅਤੇ ਜਾਗ੍ਰਿਤੀ ਸੇਨਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ 'ਚ ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਨਵੀਂ ਰੈਵਨਿਊ ਪਾਲਿਸੀ ਅਧੀਨ ਬਣਾ ਕੇ ਸਾਲ 1995 ਤੋਂ ਬਾਅਦ ਰਜਿਸਟਰੀ 'ਚ ਐਨਓਸੀ ਲੈਣ ਦੀ ਸ਼ਰਤ 'ਚ ਜਨਤਾ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ। ਅੱਜ ਜਾਗਰਤੀ ਸੈਨਾ ਔਰ ਪ੍ਰਾਪਰਟੀ ਡੀਲਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਡਿਪਟੀ ਕਮਿਸ਼ਨਰ ਲੁਧਿਆਣਾ ਮਾਰਫਤ ਦਿੱਤਾ ਗਿਆ ਜਿਹਦੇ 'ਚ ਮੰਗ ਕੀਤੀ ਗਈ ਹੈ ਜਿਹੜਾ ਨਾਦਰਸ਼ਾਹੀ ਕਾਨੂੰਨ ਜਾਂ ਸ਼ਰਤ ਲਾਗੂ ਕੀਤੀ ਗਈ ਹੈ ਪ੍ਰਾਪਰਟੀਆਂ ਦੇ ਮਾਮਲੇ 'ਚ ਕਿ 1995 ਤੋਂ ਪਹਿਲੀਆਂ ਜਿਨ੍ਹਾਂ ਦੇ ਕੋਲ ਰਜਿਸਟਰੀਆਂ ਹੈਗੀਆਂ ਉਹਨਾਂ ਨੂੰ ਐਨਓਸੀ ਦੀ ਲੋੜ ਨਹੀਂ। ਅਗਰ 1995 ਤੋਂ ਬਾਅਦ ਕਿਸੇ ਦੀ ਰਜਿਸਟਰੀ ਦੇ ਵਿੱਚ ਵੰਡ ਪਈ ਆ ਤਾਂ ਉਹਨੂੰ 1995 ਤੋਂ ਡਿਵੈਲਪਮੈਂਟ ਚਾਰਜਿਸ ਜਾਂ ਹੋਰ ਜਿਹੜੇ ਸਰਕਾਰ ਨੇ ਇਹ ਜਜੀਆ ਕਰ ਲਾਇਆ ਦੇਣਾ ਪਊਗਾ ਜਿਹੜਾ ਬਹੁਤ ਆਪੱਤੀਜਨਕ ਗੱਲ ਹੈ। ਇੱਕ ਪਾਸੇ ਤਾਂ ਪੰਜਾਬ ਦੇ ਲੋਕਾਂ ਨੇ ਜਾਤ ਪਾਤ ਧਰਮ ਅਮੀਰੀ ਗਰੀਬੀ ਨੂੰ ਪਿੱਛੇ ਹਟ ਕੇ ਇੱਕ ਤਰਫਾ ਸਰਕਾਰ ਚੁਣੀ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਜਨ ਹਿਤੈਸ਼ੀ ਹੈ ਲੋਕਾਂ ਤੋਂ ਪੁੱਛ ਕੇ ਨਿਰਣੇ ਲੈਂਦੇ ਹਾਂ। ਪਰ ਮੈਂ ਨਹੀਂ ਸਮਝਦਾ ਇਹ ਨਿਰਣੇ ਲੋਕਾਂ ਤੋਂ ਪੁੱਛ ਕੇ ਲਿਆ ਗਿਆ। ਜਿਵੇਂ ਸੰਗਰੂਰ ਚੋਣ ਦੇ ਜਿਮਨੀ ਚੋਣ ਦੇ ਵਿੱਚ ਸਰਕਾਰ ਦੀ ਸਿਰਫ 3 ਮਹੀਨੇ ਬਾਅਦ ਹਾਰ ਹੋਈ ਹੈ। ਇਹ ਕਿਤੇ ਨਾ ਕਿਤੇ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਫਤਵਾ ਹੈ। ਅਗਰ ਇਹ ਐਨਓਸੀ ਵਾਲੀ ਸ਼ਰਤ
ਵਾਪਸ ਨਾ ਲਈ ਗਈ ਤਾਂ ਜਿਹੜਾ ਆਉਣ ਵਾਲਾ ਨਗਰ ਨਿਗਮ ਦੇ ਚੁਣਾਵ ਹੈ ਉਹਦੇ ਵਿੱਚ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਊਗਾ। ਅੱਜ ਅਸੀਂ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ, ਉਹਨਾਂ ਨੇ ਕਿਹਾ ਵੀ ਇਹ ਪਾਲਿਸੀ ਮੈਟਰ ਹੈ, ਸਰਕਾਰ ਦੇ ਲੈਵਲ ਤੇ ਸੋਲਵ ਹੋਣਾ, ਵੀ ਅਸੀਂ ਤੁਹਾਡੀ ਮੰਗ ਸੀਐਮ ਸਾਹਿਬ ਨੂੰ ਭੇਜ ਦਿੰਦੇ ਹਾਂ। ਅਸੀਂ ਇਸ ਤੋਂ ਪਹਿਲਾਂ 3 ਮਹੀਨੇ ਪਹਿਲਾਂ ਜਿਹੜੇ ਸਾਡੇ ਲੁਧਿਆਣਾ ਸੈਂਟਰਲ ਦੇ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਆ, ਉਹਨਾਂ ਨੂੰ ਵੀ ਇਹ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਜਗਦੀਸ਼ ਰਿੰਕੂ ਜੀ ਦੀ ਅਧਿਕਸ਼ਤਾ ਦੇ ਵਿੱਚ, ਤੇ ਹਾਲੇ ਤੱਕ ਉਹਦੇ ਉੱਤੇ ਕੋਈ ਨਿਰਣੇ ਨਹੀਂ ਆਇਆ। ਅੱਜ ਤਰਾਹੀ ਹੋਈ ਪਈ ਹੈ, ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ, ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਪਏ ਨੇ ਉਹ ਸੁਸਾਈਡ ਕਰਨ ਨੂੰ ਫਿਰਦੇ ਪਏ ਨੇ। ਔਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਹਾਂ, ਜਿਸ ਤਰ੍ਹਾਂ ਤੁਸੀਂ ਆਪਣੇ ਵਾਅਦੇ ਪੂਰੇ ਕਰਨ ਲਈ ਸਮੇਂ ਮੰਗ ਰਹੇ ਹੋ ਕਿ ਤੁਹਾਡੇ ਕੋਲ ਹਾਲੇ ਪੈਸਾ ਨਹੀਂ ਹੈਗਾ, ਇਹੀ ਸਥਿਤੀ ਆਮ ਲੋਕਾਂ ਦੀ ਵੀ ਆ। ਤੁਸੀਂ ਤਾਂ ਆਪਣੇ ਵਾਅਦੇ ਜਿਹੜੇ ਚੁਣਾਵ ਘੋਸ਼ਣਾ ਪੱਤਰ 'ਚ ਸੀ, ਪਹਿਲਾ ਵਾਅਦਾ ਤੁਸੀਂ 100 ਦਿਨ ਬਾਅਦ ਲਾਗੂ ਕੀਤਾ ਬਿਜਲੀ ਫ੍ਰੀ ਵਾਲਾ, ਉਸ ਤੋਂ ਬਾਅਦ ਜਿਹੜਾ ਲੇਡੀਜ਼ ਨੂੰ ਤੁਸੀਂ 1000 ਰੁਪਇਆ ਮਹੀਨਾ ਦੇਣਾ, ਉਹਦੇ ਬਾਰੇ ਕਹਿੰਦੇ ਹੋ ਹਾਲੇ ਜਿਸਲੇ ਪੈਸੇ ਦਾ ਇੰਤਜ਼ਾਮ ਹੋਏਗਾ ਉਦੋਂ ਦੇਵਾਂਗੇ। ਅਸੀਂ ਵੀ ਤਾਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ, ਸਾਡੇ ਕੋਲ ਇੰਨਾ ਪੈਸਾ ਕਿੱਥੋਂ ਆਏਗਾ ਜਿਹੜਾ ਅਸੀਂ 1995 ਤੋਂ ਡਿਵੈਲਪਮੈਂਟ ਚਾਰਜਿਸ ਦੇ ਦਈਏ, ਜਾਂ ਤਾਂ ਲੋਕਾਂ ਨੂੰ ਘਰੇ ਨੋਟ ਛਾਪਣ ਦੀ ਮਸ਼ੀਨ ਲਾਉਣ ਦੀ ਪਰਮਿਸ਼ਨ ਦੇ ਦਿਓ, ਨਹੀਂ ਤਾਂ ਤੁਸੀਂ ਦੱਸੋ ਇੰਨਾ ਪੈਸਾ ਆਮ ਆਦਮੀ ਕਿੱਥੋਂ ਦੇਗਾ। ਜਵਾਹਰ ਨਗਰ ਕੈਂਪ 'ਚ ਨਗਰ ਨਿਗਮ ਵੱਲੋਂ ਨਾਜਾਇਜ਼ ਤੌਰ ਤੇ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਜ਼ਬਤ ਕੀਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਲਈ ਅਨਾਉਂਸਮੈਂਟ ਵੀ ਕੀਤੀ ਗਈ ਕਿ ਜ਼ਬਤ ਸਮਾਨ ਵਾਪਸ ਨਹੀਂ ਕੀਤਾ ਜਾਵੇਗਾ। ਦਰਅਸਲ ਬਾਜ਼ਾਰ 'ਚ ਦੁਕਾਨਾਂ ਤੋਂ ਬਾਹਰ ਰੱਖੇ ਸਮਾਨ ਕਰਕੇ ਅਕਸਰ ਰਾਹਗੀਰਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਜਿਹੇ 'ਚ ਕਈ ਵਾਰ ਨਿਗਮ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਪਰ ਦੋਸ਼ ਹੈ ਕਿ ਦੁਕਾਨਦਾਰ ਕੁਝ ਸਮੇਂ ਬਾਅਦ ਸਮਾਨ ਵਾਪਸ ਕਰਵਾ ਕੇ ਉਹਨਾਂ ਉੱਦਾਂ ਹੀ ਸੜਕ ਤੇ ਕਬਜ਼ਾ ਕਰ ਲੈਂਦੇ ਨੇ, ਜਿਸ ਲਈ ਬਕਾਇਦਾ ਇਸ ਵਾਰ ਅਧਿਕਾਰੀਆਂ ਨੇ ਅਨਾਉਂਸਮੈਂਟ ਕੀਤੀ ਸੀ ਜਬਰ ਸਮਾਨ ਵਾਪਸ ਨਹੀਂ ਕੀਤਾ ਜਾਵੇਗਾ। ਉਧਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਅਧਿਕਾਰੀਆਂ ਨੇ ਧੱਕੇਸ਼ਾਹੀ ਕੀਤੀ ਹੈ, ਉਹਨਾਂ ਵੱਲੋਂ ਗੈਰ ਕਾਨੂੰਨੀ ਕਬਜ਼ਾ ਨਹੀਂ ਕੀਤਾ ਗਿਆ। ਹਾਂਜੀ ਭਾਈ, ਬਹੁਤ ਜ਼ਿਆਦਾ ਮਾੜਾ ਹੋਇਆ ਜੀ, ਸਾਡੇ ਵੀ 2 ਟੇਬਲ ਸਮਾਂ ਕੋ ਗਏ ਹੈ, ਇਹ ਤਾਂ ਫਿਰ ਰੋਜ਼ ਦਾ ਕੰਮ ਉਹਨਾਂ ਦਾ ਹੋ ਗਿਆ, ਇਹ ਖਾਣ ਨਹੀਂ ਦਿੰਦੇ ਸਾਨੂੰ। ਕਿੰਨੇ ਟੇਬਲ ਟੂਬਲ ਜਾਂ ਸਾਰਿਆਂ ਦੇ ਚਲੇ ਗਏ ਭਾਜੀ, ਸਭ ਦੇ ਗਏ ਹੈ, ਕਿਸੇ ਦਾ ਛੱਡਿਆ ਨਹੀਂ, ਅੱਜ ਸੁਣੀ ਵੀ ਨਹੀਂ ਇਹਨਾਂ ਨੇ ਕਿਸੇ ਦੀ। ਪਰ ਉਹ ਕਹਿੰਦੇ ਵੀ ਜਾਮ ਲੱਗਦਾ ਸੀ, ਕੰਪਲੇਂਟਾਂ ਹੁੰਦੀਆਂ ਭਾਜੀ ਕੋਈ ਜਾਮ ਨਹੀਂ ਲੱਗਦਾ ਹੈ, ਸਮਾਂ ਕੋ ਪਿਛਲੀ ਮਾਰਕੀਟ ਜ਼ਿਆਦਾ ਜਾਮ ਲੱਗਦਾ, ਇੱਥੇ ਤਾਂ ਫਿਰ ਖਾਲੀ ਹੈ, ਇੱਥੇ ਕੋਈ ਜਾਮ ਨਹੀਂ ਲੱਗਦਾ ਹੈਗਾ ਭਾਜੀ। ਕੀ ਲੱਗਦਾ ਕਾਰਵਾਈ ਜਿਹੜੀ ਹੋਈ ਹੈ ਮਾੜਾ ਹੋਇਆ ਭਾਜੀ, ਬਹੁਤ ਜ਼ਿਆਦਾ ਮਾੜਾ। ਦੇਖ ਰੋਜ਼ ਦੇ ਕਮਾਂਡ ਦੇ ਖਾਣ ਵਾਲੇ ਆ, ਦੱਸੋ ਤਾਂ ਲੁੱਟਦੇ ਹੀ ਪਏ ਜੀ, ਫ੍ਰੀ ਕਰਨ ਦਾ ਕੀ ਫਾਇਦਾ, ਤੇ ਇੱਧਰੋਂ ਕੰਮ ਕਰੀ ਜਾਣਾ ਇਹਨਾਂ ਨੇ, ਕੋਈ ਫਾਇਦਾ ਨਹੀਂ ਫ੍ਰੀ ਕਰਨ ਦਾ। ਕੀ ਮੰਗ ਕੀ ਕਰਦੇ ਹੋ? ਮੰਗ ਇਹੀ ਕਰਦੇ ਸੀ ਸਾਡਾ ਸਮਾਨ ਵਾਪਸ ਦੇਣ, ਹੋਰ ਕੀ ਹੈ ਜੀ, ਮੰਗ ਸਾਨੂੰ ਇਹੀ ਹੈ ਜੀ। ਕਿੰਨਾ ਕੁ ਸਮਾਨ? ਸਾਡੇ ਵੀ 2 ਟੇਬਲ ਹੈ, ਇੱਧਰ ਗਵਾਂਡੀਆਂ ਨੇ ਵੀ 5 ਟੇਬਲ ਹੈ, ਸਾਰਿਆਂ ਦੇ ਗਏ ਹੈ ਜੀ, ਸਾਡਾ ਮੰਗ ਆਈ ਹੈ ਸਾਡਾ ਸਮਾਨ ਵਾਪਸ ਦੇਣ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਕੌਸਤਭ ਸ਼ਰਮਾ ਦੇ ਆਦੇਸ਼ ਤੇ ਸ਼ਹਿਰ 'ਚ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਪ੍ਰੇਰਿਤ ਕਰਨ ਲਈ ਸਿਹਤਮੰਦ ਕੈਂਪਸ ਦੀ ਸ਼ੁਰੂਆਤ ਕੀਤੀ ਗਈ। ਇਸ ਲਈ ਸ਼ਹਿਰ 'ਚ ਸਥਿਤ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਵਿਦਿਅਕ ਅਦਾਰਿਆਂ 'ਚ ਨਸ਼ਿਆਂ ਖਿਲਾਫ ਗਤੀਵਿਧੀਆਂ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਕਾਲਜਾਂ ਦੇ ਸਹਿਯੋਗ ਨਾਲ ਇੱਕ ਸਾਂਝਾ WhatsApp ਗਰੁੱਪ ਅਤੇ ਵੈਬਸਾਈਟ ਬਣਾਈ ਜਾਵੇਗੀ, ਜਿੱਥੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਸਮੱਗਰੀ ਮੁਹੱਈਆ ਕਰਵਾਈਆਂ ਜਾਵੇਗੀ। ਉਧਰ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੇ ਵੀ ਇਸ ਪਹਿਲ ਦਾ ਸਵਾਗਤ ਕੀਤਾ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਵੱਲ। ਪੰਜਾਬ ਸਰਕਾਰ ਦਾ ਵੱਡਾ ਫੈਸਲਾ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ। ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਕਿਹਾ ਸੂਬਾ ਵਾਸੀਆਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ। ਆਪ ਵਿਧਾਇਕ ਦੇ ਦਫ਼ਤਰ ਸਾਹਮਣੇ ਧਰਨਾ, ਇਲਾਕੇ 'ਚ ਇੱਕ ਹਫ਼ਤੇ ਤੋਂ ਨਹੀਂ ਆ ਰਹੀ ਬਿਜਲੀ। ਧਰਨੇ ਕਾਰਨ ਆਮ ਲੋਕਾਂ ਨੂੰ ਵੀ ਦਰਪੇਸ਼ ਆਈਆਂ ਮੁਸ਼ਕਲਾਂ, ਹੱਲ ਦਾ ਭਰੋਸਾ ਮਿਲਣ ਤੋਂ ਬਾਅਦ ਚੁੱਕਿਆ ਧਰਨਾ। ਲੁਟੇਰਿਆਂ ਦਾ ਖੌਫਨਾਕ ਕਾਰਾ, 12 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤਾ ਕਤਲ। ਬੱਚੇ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ ਲੁਟੇਰੇ, ਵਿਰੋਧ ਕਰਨ ਤੇ ਕੀਤੀ ਵਾਰਦਾਤ। ਪੁਲਿਸ ਨੇ ਇੱਕ ਦੋਸ਼ੀ ਕੀਤਾ ਕਾਬੂ, ਇੱਕ ਫਰਾਰ। ਭਗਵਾਨ ਜਗਨਨਾਥ ਯਾਤਰਾ ਦਾ ਆਰੰਭ, ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੱਲੋਂ ਵਿਸ਼ੇਸ਼ ਹਾਜ਼ਰੀ। ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਅਧਿਆਤਮਕ ਉਤਸ਼ਾਹ ਨਾਲ ਭਰੀ ਹਾਜ਼ਰੀ।
ਨਗਰ ਨਿਗਮ ਵੱਲੋਂ ਜਵਾਹਰ ਨਗਰ ਕੈਂਪ 'ਚ ਕਾਰਵਾਈ। ਦੁਕਾਨ ਤੋਂ ਬਾਹਰ ਰੱਖਿਆ ਸਮਾਨ ਕੀਤਾ ਜ਼ਬਤ। ਦੁਕਾਨਦਾਰਾਂ ਨੇ ਕੀਤਾ ਕਾਰਵਾਈ ਦਾ ਵਿਰੋਧ। ਕਿਹਾ ਨਗਰ ਨਿਗਮ ਵੱਲੋਂ ਕੀਤੀ ਗਈ ਧੱਕੇਸ਼ਾਹੀ। ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।